ਰੱਬ ਦੇ ਬਾਰੇ ਜੀ ਜੇ ਆਪਾਂ ਵਿਚਾਰ ਕਰਨ ਲੱਗ ਜਾਈਏ ਨਾ, ਤੇ ਜੇ ਸਾਡੀ ਸਾਰੀ ਉਮਰ ਆਪਾਂ ਵਿਚਾਰ ਕਰਦੇ ਰਹੀਏ, ਉਹ ਬਹੁਤ ਥੋੜੀ ਪੈ ਸਕਦੀ ਹੈ। ਉਹਦਾ ਵਿਚਾਰ ਕਦੇ ਕੰਪਲੀਟ ਤਾਂ ਵਿਚਾਰਿਆ ਹੀ ਨਹੀਂ ਜਾ ਸਕਦਾ। ਔਰ ਦੂਸਰੀ ਗੱਲ, ਹਰ ਇੱਕ ਇਨਸਾਨ ਆਪਦੀ ਬੁੱਧੀ ਸਮੇਤ ਹੀ ਪਰਮਾਤਮਾ ਦਾ ਵਰਣਨ ਕਰਦਾ ਹੈ। ਕੋਈ ਉਹਨੂੰ ਪੱਥਰਾਂ 'ਚ, ਕੋਈ ਉਹਨੂੰ ਸ਼ਬਦਾਂ 'ਚ, ਕੋਈ ਉਹਨੂੰ ਕਵਿਤਾਵਾਂ 'ਚ ਗਾਉਂਦਾ ਹੈ, ਕੋਈ ਉਹਨੂੰ ਬੰਦਿਆਂ 'ਚ, ਕਈ ਲੋਕ ਰੱਬ ਨੂੰ ਬੰਦਿਆਂ 'ਚ ਵੀ ਰੱਬ ਮੰਨਦੇ ਆ, ਕੁਝ ਲੋਕ ਬ੍ਰਹਮੰਡ 'ਚ ਮੰਨਦੇ ਆ, ਕੋਈ ਕਿਸੇ ਵੀ ਹਿਸਾਬ ਨਾਲ ਮੰਨਦਾ। ਕਈ ਲੋਕ ਕਹਿੰਦੇ ਨੇ ਕਿ ਰੱਬ ਹੈ ਹੀ ਨਹੀਂ ਪਰ ਬ੍ਰਹਮੰਡ ਹੈ, ਯੂਨੀਵਰਸ ਦੀ ਪਾਵਰ ਹੈ। ਸੋ ਜਿੰਨੀ ਵੀ ਬੁੱਧੀ ਪਰਮਾਤਮਾ ਕਿਸੇ ਬੰਦੇ ਨੂੰ ਬਖਸ਼ਦਾ ਹੈ, ਉਹਦੇ ਹਿਸਾਬ ਨਾਲ ਰੱਬ ਦਾ ਵਿਚਾਰ ਬੰਦਾ ਕਰਦਾ ਹੈ। ਮੇਰਾ ਮੰਨਣਾ ਇਹ ਹੈ ਕਿ ਗੋਡ ਹੈ ਨਾ, ਜੋ ਚੀਜ਼ ਗੋਡ, GOD, ਇਹ 3 ਡਾਇਮੈਂਸ਼ਨਸ ਨੇ: ਜਨਰੇਸ਼ਨ, ਆਪਰੇਸ਼ਨ, ਡਿਸਟਰਕਸ਼ਨ। GOD ਇਹਦੀ ਫੁੱਲ ਫਾਰਮ ਇਹ ਹੈ। ਪਹਿਲੀ ਫਾਰਮ ਹੈ ਜਿਹੜੀ ਜਨਰੇਸ਼ਨ, ਕਿ ਇਸ ਬ੍ਰਹਮੰਡ ਦੇ ਵਿੱਚ ਹਰ ਇੱਕ ਚੀਜ਼ ਪਹਿਲਾਂ ਪੈਦਾ ਹੁੰਦੀ ਹੈ। ਆਪਰੇਸ਼ਨ, ਫਿਰ ਉਹ ਚੀਜ਼ ਇੱਕ ਨਿਰਧਾਰਿਤ ਕਾਲ ਦੇ ਅੰਦਰ ਆਉਂਦੀ ਹੈ। ਇੱਕ ਮੱਛਰ ਦੀ ਜ਼ਿੰਦਗੀ ਇੱਕ ਦਿਨ ਦੀ ਹੋ ਸਕਦੀ ਹੈ, ਸਾਡੀ 60-70 ਸਾਲ ਦੀ ਹੋ ਸਕਦੀ ਹੈ, ਦਰਖਤਾਂ ਦੀ 1000 ਸਾਲ ਦੀ ਹੋ ਸਕਦੀ ਹੈ, ਪਹਾੜਾਂ ਦੀ 10,000 ਸਾਲ ਦੀ ਹੋ ਸਕਦੀ ਹੈ, ਤਾਰਿਆਂ ਦੀ ਲੱਖਾਂ ਸਾਲ ਦੀ ਹੋ ਸਕਦੀ ਹੈ, ਪਰ ਇੱਕ ਜ਼ਿੰਦਗੀ ਹਰੇਕ ਚੀਜ਼ ਦੀ ਉਮਰ ਹੈ। ਉਸ ਤੋਂ ਬਾਅਦ ਤੀਸਰੀ ਡਾਇਮੈਂਸ਼ਨ ਆਉਂਦੀ ਹੈ ਡਿਸਟਰਕਸ਼ਨ। ਹਰ ਇੱਕ ਚੀਜ਼ ਆਪਣੇ ਨਿਰਧਾਰਿਤ ਸਮੇਂ ਤੋਂ ਬਾਅਦ ਖਤਮ ਹੋ ਜਾਂਦੀ ਹੈ। ਸਮਝੋ ਤੁਸੀਂ, ਗੋਡ ਇਹ ਸਰਕਲ ਹੈ 3 ਡਾਇਮੈਂਸ਼ਨਸ ਦਾ। ਗੁਰਬਾਣੀ ਕਹਿੰਦੀ ਹੈ, ਏਕਾ ਮਾਏ ਜੁਗਤ ਵਿਆਈ, 3 ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਕਲਾਏ ਦੀਵਾਨ। ਇੱਕ ਸੰਸਾਰੀ ਮਤਲਬ ਇੱਕ ਮਹਾਸ਼ਕਤੀ, ਏਕਾ ਮਾਏ ਮਤਲਬ ਇੱਕ ਮਹਾਸ਼ਕਤੀ ਹੈ ਜੋ ਬ੍ਰਹਮੰਡ ਨੂੰ ਚਲਾ ਰਹੀ ਹੈ। 3 ਚੇਲੇ, ਉਹਦੇ 'ਚ 3 ਹੋਰ ਸ਼ਕਤੀਆਂ ਨਿਕਲਦੀਆਂ ਨੇ, ਉਹਦੀਆਂ ਹੀ 3 ਫਾਰਮਸ ਨੇ। ਇੱਕ ਸੰਸਾਰੀ ਜਿਹਨੂੰ ਕਹਿੰਦੇ ਨੇ ਬ੍ਰਹਮਾ ਨੇ ਸਾਰਾ ਸੰਸਾਰ ਸਾਜਤਾ। ਬ੍ਰਹਮਾ ਕਿਸੇ ਇਨਸਾਨ ਦਾ ਨਾਮ ਨਹੀਂ ਹੈ, ਕੋਈ ਬੰਦਾ ਨਹੀਂ ਹੈ। ਬ੍ਰਹਮਾ ਇੱਕ ਮਹਾਸ਼ਕਤੀ ਹੈ। ਜਿਹੜੀ ਵੀ ਚੀਜ਼ ਕਿਸੇ ਚੀਜ਼ ਨੂੰ ਜਨਮ ਦਿੰਦੀ ਆ, ਉਹ ਬ੍ਰਹਮ ਸ਼ਕਤੀ, ਭੂ ਸ਼ਕਤੀ ਦੇ ਨਾਲ ਜਨਮ ਦਿੰਦੀ ਹੈ। ਜਦੋਂ ਵੀ ਉਹ ਚੀਜ਼ ਆਪਰੇਸ਼ਨ ਦੇ ਵਿੱਚ ਆਉਂਦੀ ਹੈ, ਉਸ ਤੋਂ ਬਾਅਦ ਸੈਕੰਡ ਡਾਇਮੈਂਸ਼ਨ, ਜਦੋਂ ਇੱਕ ਚੀਜ਼ ਬਣ ਗਈ ਫਿਰ ਉਹਦੀ ਜ਼ਿੰਦਗੀ ਸ਼ੁਰੂ ਹੁੰਦੀ ਹੈ। ਹਾਂਜੀ, ਠੀਕ ਹੈ। ਜਿਹੜੀ ਜ਼ਿੰਦਗੀ ਹੈ, ਆਪਾਂ ਕਹਿੰਦੇ ਇੱਕ ਭੰਡਾਰੀ ਕਿ ਜੋ ਇਸ ਪੂਰੇ ਬ੍ਰਹਮੰਡ ਨੂੰ ਚਲਾ ਰਿਹਾ, ਉਹਨੂੰ ਵਿਸ਼ਨੂੰ ਕਹਿ ਦਿੰਦੇ ਆ। ਵਿਸ਼ਨੂੰ ਕਿਸੇ ਬੰਦੇ ਦਾ ਨਾਮ ਨਹੀਂ ਹੈ, ਉਹ ਇੱਕ ਸ਼ਕਤੀ ਆ, ਉਹਦੀ ਹੀ ਸ਼ਕਤੀ ਹੈ। ਠੀਕ ਹੈ। ਉਹਦੀ ਦੂਸਰੀ ਡਾਇਮੈਂਸ਼ਨ ਮਹਾਸ਼ਕਤੀ ਦੀ ਕੀ ਹੈ? ਵਿਸ਼ਨੂੰ, ਜੋ ਇਸ ਸੰਸਾਰ ਨੂੰ ਚਲਾ ਰਹੀ ਹੈ। ਫਿਰ ਮਹੇਸ਼, ਇੱਕ ਲਾਈ ਦੀ ਬਾਣ, ਜੋ ਉਹਨੂੰ ਸ਼ਾਂਤੀ 'ਚ ਲੈ ਜਾਂਦਾ। ਸ਼ਾਂਤੀ ਕਦੋਂ? ਸਰੀਰ ਕਦੋਂ ਸ਼ਾਂਤ ਹੁੰਦਾ? ਜਦੋਂ ਆਤਮਾ ਸਰੀਰ ਛੱਡਦੀ ਹੈ, ਉਦੋਂ ਸਰੀਰ ਸ਼ਾਂਤ ਹੋ ਜਾਂਦਾ ਨਾ। ਕੋਈ ਪ੍ਰੋਸੈਸ ਨਹੀਂ ਹੁੰਦਾ ਬਾਡੀ ਦੇ ਵਿੱਚ। ਬਿਲਕੁਲ, ਆਪਾਂ ਕਹਿੰਦੇ ਆ ਰੈਸਟ ਇਨ ਪੀਸ, ਦੈਟ ਇਜ਼ ਪੀਸ। ਸੋ ਜਿਹੜੀ ਤੀਸਰੀ ਡਾਇਮੈਂਸ਼ਨ ਹੈ ਖਤਮ ਹੋਣਾ, ਡਿਸਟਰਕਸ਼ਨ ਜਦੋਂ ਹੋ ਗਈ, ਤਾਂ ਉਹ ਜਿਹੜੀ ਆਪਣੀ ਤੀਸਰੀ ਡਾਇਮੈਂਸ਼ਨ ਹੈ ਉਹ ਡਿਸਟਰਕਟਿਵ ਮਤਲਬ ਕਾਲ ਸ਼ਕਤੀ ਜੋ ਕਹਿੰਦੇ ਆਪਾਂ ਖਤਮ ਕਰਦੀ ਹੈ। ਫਿਰ ਤੀਸਰਾ ਇਹ ਸਰਕਲ ਪੂਰਾ ਹੋ ਜਾਂਦਾ ਹੈ। ਉਸ ਤੋਂ ਬਾਅਦ ਇਹਦਾ ਵਰਣਨ ਬਹੁਤ ਡਿਫਰੈਂਟ ਧਰਮਾਂ ਦੇ ਵਿੱਚ ਵੀ ਹੈ। ਜਿਹੜੀ ਨਾਰਸ ਮਾਈਥੋਲੋਜੀ ਹੈ, ਜਿਹੜੀ ਜਰਮਨਸ ਦੀ ਹੈ, ਉਹਦੇ 'ਚੋਂ ਇਹਨਾਂ ਨੂੰ 3 ਨੂੰ ਕਹਿੰਦੇ ਆ ਕਿ ਓਡਿਨ, ਥੌਰ ਤੇ ਤੀਸਰਾ ਫਰੇਆ ਕਹਿੰਦੇ ਆ। ਹਾਂਜੀ, ਉਹ ਕਹਿੰਦੇ ਆ ਉਹਦੇ 'ਚ ਵੀ ਇਹ 3 ਹੀ ਹੈ ਕਿ ਇੱਕ ਜਨਮ ਦਿੰਦਾ, ਫਿਰ ਇੱਕ ਚਲਾਉਂਦਾ ਤੇ ਇੱਕ ਖਤਮ ਕਰ ਦਿੰਦਾ। ਜੋ ਗੋਡ ਦੀ ਜਿਹੜੀ ਸਾਇੰਟੀਫਿਕ ਐਕਸਪਲੇਨੇਸ਼ਨ ਹੈ ਨਾ, ਇਹ ਪੂਰੇ ਯੂਨੀਵਰਸ ਦੇ ਵਿੱਚ ਇਹ ਬਣਦੀ ਹੈ ਕਿ ਹਰ ਇੱਕ ਚੀਜ਼ ਪਹਿਲਾਂ ਜਨਮ ਲੈਂਦੀ ਹੈ, ਫਿਰ ਇੱਕ ਸਰਕਲ 'ਚ ਆਉਂਦੀ ਹੈ ਲਾਈਫ ਦੇ ਵਿੱਚ, ਫਿਰ ਖਤਮ ਹੁੰਦੀ ਹੈ। ਤੁਸੀਂ ਉਹ ਗੱਲ ਸੁਣੀ ਹੈ ਕਿ ਹਰ ਸਵਾਸ ਦੇ ਵਿੱਚ ਪਰਮਾਤਮਾ, ਹਰ ਸਵਾਸ ਦੇ ਵਿੱਚ ਪਰਮਾਤਮਾ ਕਿਵੇਂ ਹੈ? ਜਦੋਂ ਤੁਸੀਂ ਆਕਸੀਜਨ ਲੈਂਦੇ ਹੋ ਤਾਂ ਤੁਸੀਂ ਇਨਟੇਕ ਆਫ ਆਕਸੀਜਨ, ਦੈਟ ਇਜ਼ ਫਸਟ ਡਾਇਮੈਂਸ਼ਨ। ਜਨਰੇਸ਼ਨ, ਤੁਸੀਂ ਆਕਸੀਜਨ ਜਨਰੇਟ ਕਰਦੇ ਬਾਡੀ ਦੇ ਅੰਦਰ, ਫਿਰ ਉਹ ਆਪਰੇਟ ਹੁੰਦੀ ਹੈ ਇਸ ਬਾਡੀ ਦੇ ਅੰਦਰ, ਸੈਕੰਡ ਡਾਇਮੈਂਸ਼ਨ। ਫਿਰ ਜਦੋਂ ਕਾਰਬਨ ਡਾਈਆਕਸਾਈਡ ਬਾਹਰ ਆਉਂਦੀ ਹੈ, ਡਿਸਟਰਕਸ਼ਨ, ਇੱਕ ਸਵਾਸ ਦਾ ਐਂਡ ਹੋ ਜਾਂਦਾ। GOD, ਹਰ ਸਵਾਸ ਦੇ ਵਿੱਚ ਪਰਮਾਤਮਾ, ਜਨਰੇਸ਼ਨ, ਆਪਰੇਸ਼ਨ, ਡਿਸਟਰਕਸ਼ਨ ਆਪਣੇ ਸਵਾਸ ਦੇ ਵਿੱਚ ਵੀ ਹੁੰਦਾ ਹੈ। ਇਸ ਬ੍ਰਹਮੰਡ ਦੇ ਵਿੱਚ ਕੋਈ ਵੀ ਐਸੀ ਚੀਜ਼ ਹੀ ਨਹੀਂ ਜਿਹੜੀ ਬਣੂਗੀ ਨਹੀਂ ਤੇ ਬਣਨ ਤੋਂ ਬਾਅਦ ਘੁੰਮੂਗੀ ਨਹੀਂ, ਉਸ ਤੋਂ ਬਾਅਦ ਖਤਮ ਨਹੀਂ ਹੋਊਗੀ। ਐਸੀ ਕੋਈ ਚੀਜ਼ ਨਹੀਂ ਹੈ। ਧਰਤੀ ਉੱਤੇ ਵੀ ਹਰ ਇੱਕ ਚੀਜ਼, ਕਿਉਂਕਿ ਧਰਤੀ ਆਪ ਹੀ ਘੁੰਮ ਰਹੀ ਹੈ, ਤਾਂ ਧਰਤੀ ਉੱਤੇ ਹਰੇਕ ਚੀਜ਼ ਘੁੰਮ ਰਹੀ ਹੈ। ਹਰ ਚੀਜ਼ ਹੀ ਬ੍ਰਹਮੰਡ 'ਚ ਘੁੰਮ ਰਹੀ ਹੈ, ਹਰ ਪਰਮਿਟ। ਤਾਂ ਇਹ ਗੋਡ ਦੀ ਸਾਇੰਟੀਫਿਕ ਐਕਸਪਲੇਨੇਸ਼ਨ ਹੈ। ਮੈਂ ਇਹ ਗੱਲ ਜ਼ਰੂਰ ਤੁਹਾਨੂੰ ਪੁੱਛਣਾ ਚਾਹੁੰਦਾ, ਜੇ ਗੋਡ ਇਹ ਹੈ ਜੋ ਤੁਸੀਂ ਐਕਸਪਲੇਨ ਕੀਤਾ ਜਾਂ ਜੋ ਮੰਨਿਆ ਜਾਂਦਾ ਹੈ, ਐਗਜ਼ੈਕਟਲੀ ਤੁਹਾਡੀ ਐਕਸਪਲੇਨੇਸ਼ਨ ਉੱਦਾਂ ਦੀ ਹੈ ਜਿੱਦਾਂ ਦੀ ਗੁਰਬਾਣੀ ਦੇ ਵਿੱਚ ਹੈ ਜਾਂ ਗ੍ਰੰਥਾਂ ਦੇ ਵਿੱਚ ਹੈ
ਜਾਂ ਜੋ ਰਿਸ਼ੀਆਂ ਮੁਨੀਆਂ ਨੇ ਕਹੀ ਹੈ, ਔਰ ਤੁਸੀਂ ਇਹਨੂੰ ਬੜੇ ਸਾਇੰਟੀਫਿਕਲੀ ਦੱਸ ਵੀ ਰਹੇ ਹੋ। ਤੇ ਫਿਰ ਮੈਨੂੰ ਦੱਸੋ, ਜੇ ਇਹ ਖੁਦਾ ਹੈ ਤੇ ਫਿਰ ਅਕਾਲ ਕੀ ਹੈ? ਅਕਾਲ ਜਾਂ ਮਹਾਕਾਲ। ਅਕਾਲ ਗੁਰਮੁਖੀ ਦਾ ਲਫ਼ਜ਼ ਹੈ, ਮਹਾਕਾਲ ਸੰਸਕ੍ਰਿਤ ਹਿੰਦੂਇਜ਼ਮ ਦੇ ਵਿੱਚ ਆਉਂਦਾ, ਪਰ ਇਹਦਾ ਇੱਕੋ ਮੀਨਿੰਗ ਹੈ। ਹਾਂਜੀ। 99% ਯੂਨੀਵਰਸ ਨਾਨ ਫਿਜ਼ੀਕਲ ਹੈ, ਸਪੇਸ ਹੈ। ਓਨਲੀ 1% ਫਿਜ਼ੀਕਲ ਹੈ। ਇਹ ਜਿਹੜੇ ਉਹ ਘੁੰਮ ਰਹੇ ਨੇ ਆਪਣੇ ਨਛੱਤਰ ਘੁੰਮ, ਇਹ ਤੇ ਨਹੀਂ ਜੋ ਗ੍ਰਹਿ ਆ, ਇੱਕ ਪਲੈਨਟ ਆ, ਸੂਰਜ ਬ੍ਰਹਮੰਡ ਦੇ ਸਾਹਮਣੇ ਸੂਰਜ ਕਿੱਡੀ ਕੁ ਚੀਜ਼ ਹੈ, ਪੁਆਇੰਟ ਵੀ ਨਹੀਂ। ਤਾਂ ਬੇਸਿਕ ਜਿੰਨਾ ਯੂਨੀਵਰਸ ਹੈਗਾ ਨਾਨ ਫਿਜ਼ੀਕਲ, ਠੀਕ ਹੈ ਨਾ। ਹੁਣ ਜਿੰਨੇ ਵੀ ਗ੍ਰੰਥ ਲਿਖੇ ਆ, ਐਂਸ਼ੀਅੰਟ ਸਪਿਰਿਚੁਅਲ ਸਾਇੰਸ ਹੈ ਜਿੰਨੀ ਵੀ, ਉਹ ਸਾਰੀ ਜਿੰਨੀ ਸਾਇੰਸ ਹੈ ਉਹ ਨਾਨ ਫਿਜ਼ੀਕਲ ਦੀ ਗਾਥਾ ਗਾਉਂਦੀ ਹੈ, ਨਾਨ ਫਿਜ਼ੀਕਲ ਦੀ ਵਾਰ ਗਾਊਗੀ, ਔਰ ਨਾਨ ਫਿਜ਼ੀਕਲ ਦਾ ਗਿਆਨ ਹੈ। ਗੁਰਬਾਣੀ ਹੈ ਜਿੰਨੀ, ਗੁਰਬਾਣੀ ਵੀ ਜ਼ਿਆਦਾ ਗੋਡ ਦੇ ਬਾਰੇ ਗੱਲ ਕਰਦੀ, ਸ਼ਕਤੀ ਬਾਰੇ ਗੱਲ ਕਰੂ, ਪਰਮਾਤਮਾ ਬਾਰੇ ਗੱਲ ਕਰੂ, ਉਹ ਕਿਸੇ ਫਿਜ਼ੀਕਲ ਆਇਡੈਂਟੀਟੀ ਦੇ ਬਾਰੇ ਗੱਲ ਨਹੀਂ ਕਰਦੀ। ਸਮਝੇ ਤੁਸੀਂ? ਸੋ ਅਕਾਲ ਨੂੰ ਸਮਝਣ ਲਈ ਤੁਸੀਂ ਪਹਿਲਾਂ ਕਾਲ ਵਰਡ ਸਮਝੋ। ਜਿਹੜਾ ਕਾਲ ਹੈ ਨਾ, ਉਹ ਹੈ ਸਪੇਸ ਟਾਈਮ। ਓਕੇ। ਕਾਲ ਮਤਲਬ ਸਮਾਂ। ਜਿਹੜੀ ਵੀ ਚੀਜ਼ ਸਪੇਸ ਟਾਈਮ ਦੇ ਵਿੱਚ ਆ ਗਈ, ਉਹ ਪਹਿਲਾਂ ਬਣੂਗੀ, ਫਿਰ ਉਹ ਘੁੰਮਦੀ ਹੈ, ਠੀਕ ਹੈ। ਕਾਲ ਦੇ ਵਿੱਚ ਹਰ ਇੱਕ ਚੀਜ਼ ਘੁੰਮਦੀ ਹੈ। ਆਪਾਂ ਆਪਰੇਟ ਕਹਿੰਦੇ ਹਾਂ, ਹਰੇਕ ਚੀਜ਼ ਸਮੇਂ ਦੇ ਅੰਦਰ ਹੈ। ਅਕਾਲ ਵਿਚ ਇਜ਼ ਬਿਯੋਂਡ ਟਾਈਮ, ਦ ਬੀਇੰਗ ਵਿਚ ਇਜ਼ ਬਿਯੋਂਡ ਟਾਈਮ, ਜੋ ਸਮੇਂ ਤੋਂ ਬਾਹਰ ਹੈ। ਜਿਹੜਾ ਪੁਆਇੰਟ ਸਮੇਂ ਤੋਂ ਬਾਹਰ ਹੈ ਨਾ, ਉਹਨੂੰ ਅਕਾਲ ਜਾਂ ਮਹਾਕਾਲ ਕਿਹਾ ਜਾਂਦਾ। ਔਰ ਜਿਹੜੀ ਵੀ ਚੀਜ਼ ਸਮੇਂ ਤੋਂ ਬਾਹਰ ਹੈ, ਉਹੀ ਯੂਨੀਵਰਸ ਨੂੰ ਚਲਾ ਸਕਦੀ ਹੈ, ਕਿਉਂਕਿ ਉਹ ਨਾ ਤਾਂ ਕਦੇ ਜਨਮ ਲੈ, ਅਕਾਲ ਮੂਰਤ ਅਜੂਨੀ ਸਹਿ ਭੰਗ, ਨਾ ਤੇ ਕਦੇ ਜਨਮ ਲਊ, ਨਾ ਉਹਨੂੰ ਕੋਈ ਖਤਮ ਕਰ ਸਕਦਾ, ਕਿਉਂਕਿ ਖਤਮ ਤੇ ਉਹੀ ਚੀਜ਼ ਹੁੰਦਾ ਜੋ ਸਮੇਂ ਦੇ ਅੰਦਰ ਆ ਗਈ। ਜੋ ਸਮੇਂ ਤੋਂ ਆਪਾਂ ਕਹਿੰਦੇ ਸ਼ੂਨਿਆ ਹੈ। ਸ਼ੂਨਿਆ ਕੀ ਹੈ? ਇੱਕ ਪੁਆਇੰਟ ਤੋਂ ਖਤਮ ਹੋ ਕੇ ਦੁਬਾਰਾ ਫੇਰ ਉਸੇ ਪੁਆਇੰਟ ਤੇ ਆ ਜਾਣਾ। ਯੂਨੀਵਰਸ 'ਚ ਹਰ ਇੱਕ ਚੀਜ਼ ਘੁੰਮ ਰਹੀ ਹੈ, ਗੋਲ ਗੋਲ ਘੁੰਮ ਰਹੀ ਹੈ। ਜਿਹੜਾ ਟਾਈਮ ਹੈ ਨਾ, ਉਹ ਸ਼ੂਨਿਆ ਦੀ ਸ਼ੇਪ 'ਚ ਘੁੰਮਦਾ ਹੈ। ਪਰ ਜਿਹੜਾ ਅਕਾਲ ਜਾਂ ਮਹਾਕਾਲ ਹੈ, ਉਹ ਸ਼ੂਨਿਆ ਤੋਂ ਵੀ ਪਰੇ ਆ। ਉਹ ਕਦੇ, ਇਸੇ ਲਈ ਉਹ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਉਹ ਕਦੇ ਖਤਮ ਹੋ ਹੀ ਨਹੀਂ ਸਕਦਾ। ਜਿਹੜੀ ਚੀਜ਼ ਸਮੇਂ ਤੋਂ ਬਾਹਰ ਹੀ ਹੋਗੀ, ਉਹ ਖਤਮ ਕਿਵੇਂ ਹੋ ਸਕਦੀ ਹੈ? ਸੋ ਅਕਾਲ ਦੀ ਜਾਂ ਮਹਾਕਾਲ ਦੀ ਜਿਹੜੀ ਡੈਫੀਨੇਸ਼ਨ ਆ, ਉਹ ਇਹ ਇੱਕ ਬਹੁਤ ਵੱਡੀ ਸ਼ਕਤੀ, ਜਿਹਨੇ ਸ਼ਕਤੀ ਨੂੰ ਵੀ ਜਨਮ ਦਿੱਤਾ, ਇਹ ਉਹ ਚੀਜ਼ ਹੈ। ਵਾਹ ਗੈਰੀ ਜੀ, ਕੀ ਬਾਤ ਹੈ।